ਸਤਿ ਸ਼੍ਰੀ ਅਕਾਲ, मैं हाँ मनप्रीत सिंह कालों टीवी पंजाब ਦੇ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਭਾਰਤੀ ਸੈਨਾ ਨੇ ਰੂਸ ਦੇ ਮਾਸਕੋ 'ਚ ਵਿਕਟਰੀ ਡੇ ਪਰੇਡ 'ਚ ਲਿਆ ਭਾਗ। ਦੁਨੀਆ ਦੇ ਟੌਪ ਲੀਡਰਾਂ ਨਾਲ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਰਹੇ ਮੌਜੂਦ। ਅਮਰੀਕਾ ਤੋਂ ਡਿਪੋਰਟ ਕੀਤੇ 106 ਭਾਰਤੀ ਪਹੁੰਚੇ ਅੰਮ੍ਰਿਤਸਰ ਏਅਰਪੋਰਟ। ਅਮਰੀਕਾ ਨੇ ਵੰਦੇ ਭਾਰਤ ਮਿਸ਼ਨ ਤਹਿਤ ਚਲਾਈਆਂ ਜਾ ਰਹੀਆਂ ਭਾਰਤੀ ਉਡਾਨਾਂ ਤੇ ਵੀ ਲਗਾਈ ਰੋਕ। ਪਾਕਿਸਤਾਨੀ ਕੁੜੀ ਤੇ ਭਾਰਤੀ ਮੁੰਡੇ ਦੇ ਵਿਆਹ 'ਚ ਪਿਆ ਅੜਿੱਕਾ। ਕੁੜੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਵੀਜ਼ਾ ਦੇਣ ਦੀ ਲਗਾਈ ਗੁਹਾਰ। ਨਹੀਂ ਘਟ ਰਿਹਾ ਕੋਰੋਨਾ ਦਾ ਕਹਿਰ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 16,000 ਨਵੇਂ ਮਾਮਲੇ ਆਏ ਸਾਹਮਣੇ। 465 ਲੋਕਾਂ ਦੀ ਮੌਤ। ਅਤੇ ਯੂਨੀਸੈਫ ਦੀ ਏਸ਼ੀਆਈ ਦੇਸ਼ਾਂ ਨੂੰ ਸਾਵਧਾਨ ਕਰਨ ਵਾਲੀ ਰਿਪੋਰਟ। ਯੂਨੀਸੈਫ ਮੁਤਾਬਕ ਕੋਰੋਨਾ ਵਾਇਰਸ ਕਾਰਨ 6 ਮਹੀਨਿਆਂ 'ਚ 12 ਕਰੋੜ ਬੱਚੇ ਆ ਸਕਦੇ ਗਰੀਬੀ ਦੀ ਲਪੇਟ 'ਚ। ਤੇ ਹੁਣ ਖਬਰਾਂ ਵਿਸਥਾਰ ਨਾਲ। ਚੀਨ ਨਾਲ ਜਾਰੀ ਤਣਾਅ ਵਿਚਾਲੇ ਅੱਜ ਭਾਰਤੀ ਫੌਜ ਨੇ ਮਾਸਕੋ 'ਚ ਵਿਕਟਰੀ ਡੇ ਪਰੇਡ 'ਚ ਭਾਗ ਲਿਆ। ਇਸ ਸਮਾਰੋਹ 'ਚ ਦੁਨੀਆ ਦੇ ਟੌਪ ਲੀਡਰਾਂ ਦੇ ਨਾਲ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹੇ। ਭਾਰਤੀ ਸੈਨਾ ਦੀਆਂ ਤਿੰਨੇ ਟੁਕੜੀਆਂ ਪਰੇਡ 'ਚ ਸ਼ਾਮਲ ਹੋਈਆਂ। ਦੱਸ ਦਈਏ ਕਿ ਰੂਸ ਜਰਮਨੀ ਨਾਜ਼ੀ ਤੇ ਜਿੱਤ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਕੋਰੋਨਾ ਵਾਇਰਸ ਤੇ ਲੋਕਡਾਊਨ ਕਾਰਨ ਪਹਿਲੀ ਵਾਰ ਇਹ ਪਰੇਡ ਜੂਨ ਮਹੀਨੇ ਕਰਵਾਈ ਜਾ ਰਹੀ ਹੈ। ਅਮਰੀਕਾ ਨੇ ਭਾਰਤ ਨੂੰ ਦੋਹਰਾ ਝਟਕਾ ਦਿੱਤਾ ਹੈ। ਅਮਰੀਕਾ ਨੇ 106 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਜੋ ਉੱਥੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਰਹੇ ਸਨ। ਇਸ ਦੇ ਨਾਲ ਹੀ ਅਮਰੀਕਾ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਚਲਾਈਆਂ ਜਾ ਰਹੀਆਂ ਇੰਡੀਅਨ 에ਅਰਲਾਈਨਜ਼ ਦੀਆਂ ਵਿਸ਼ੇਸ਼ ਉਡਾਨਾਂ ਤੇ ਵੀ ਰੋਕ ਲਗਾ ਦਿੱਤੀ ਹੈ। USA ਵੱਲੋਂ ਰਿਪੋਰਟ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਇੱਕ ਸਪੈਸ਼ਲ ਫਲਾਈਟ 106 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੀ। ਇਸ ਫਲਾਈਟ ਨੇ ਸ਼ਾਮ ਕਰੀਬ 4:30 ਵਜੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡ ਕੀਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 59 ਤੇ ਹਰਿਆਣਾ ਦੇ 41 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਸੀ ਜੋ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਸਨ। SDM ਅਜਨਾਲਾ ਡਾਕਟਰ ਦੀਪਕ ਭਾਟੀਆ ਨੇ ਦੱਸਿਆ ਕਿ ਹਵਾਈ ਅੱਡੇ ਉੱਤੇ ਪਹੁੰਚਣ ਤੋਂ ਬਾਅਦ ਸਾਰਿਆਂ ਦੀ ਡਾਕਟਰੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਪ੍ਰਸ਼ਾਸਨਿਕ ਟੀਮਾਂ ਦੇ ਹਵਾਲੇ ਕੀਤਾ ਗਿਆ ਜੋ ਦੇਰ ਰਾਤ ਇਹਨਾਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਰਵਾਨਾ ਹੋ ਗਈਆਂ। ਇਹਨਾਂ ਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ 2, ਜਲੰਧਰ ਦੇ 8, ਤਰਨਤਾਰਨ ਦੇ 7, ਗੁਰਦਾਸਪੁਰ ਦੇ 7, ਹੁਸ਼ਿਆਰਪੁਰ ਦੇ 15, ਕਪੂਰਥਲਾ ਦੇ 11, ਪਟਿਆਲਾ ਦੇ 8 ਤੇ ਲੁਧਿਆਣਾ ਦਾ ਇੱਕ ਨਾਗਰਿਕ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 41 ਲੋਕਾਂ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜਿਆ। ਇਸ ਤੋਂ ਇਲਾਵਾ ਇੱਕ ਹੋਰ ਸਖਤ ਕਦਮ ਚੁੱਕਦਿਆਂ ਅਮਰੀਕਾ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਚਲਾਈਆਂ ਜਾ ਰਹੀਆਂ ਭਾਰਤੀ ਉਡਾਣਾਂ ਉੱਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 에ਅਰ ਇੰਡੀਆ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਟਿਕਟਾਂ ਵੇਚ ਰਿਹਾ ਹੈ, ਪਰ ਦੂਜੇ ਪਾਸੇ ਭਾਰਤ 'ਚ ਅਮਰੀਕੀ 에ਅਰਲਾਈਨਜ਼ ਦੇ ਉਡਾਣ ਭਰਨ ਉੱਤੇ ਰੋਕ ਲਾਈ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ ਨੇ ਭਾਰਤ ਦੀਆਂ ਵਿਸ਼ੇਸ਼ ਉਡਾਣਾਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ 22 ਜੂਨ ਨੂੰ ਜਾਰੀ ਇਹ ਆਦੇਸ਼ 30 ਦਿਨਾਂ ਅੰਦਰ ਲਾਗੂ ਹੋ ਜਾਵੇਗਾ। ਅਮਰੀਕਾ ਨੇ ਭਾਰਤ ਵੱਲੋਂ ਵੰਦੇ ਭਾਰਤ ਮੁਹਿੰਮ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਹਵਾਬਾਜ਼ੀ ਨਾਲ ਜੁੜੇ ਕਰਾਰ ਤੋੜ ਰਿਹਾ ਹੈ। ਅਮਰੀਕਾ ਨੇ ਕਿਹਾ ਕਿ 에ਅਰ ਇੰਡੀਆ ਕੋਰੋਨਾ ਵਾਇਰਸ ਤੋਂ ਪਹਿਲਾਂ ਦੇ ਮੁਕਾਬਲੇ 50% ਤੋਂ ਜ਼ਿਆਦਾ ਉਡਾਣਾਂ ਦੇ ਇਸ਼ਤਿਹਾਰ ਦੇ ਰਹੀ ਹੈ, ਜਦਕਿ ਅਮਰੀਕੀ 에ਅਰਲਾਈਨਜ਼ ਦੇ ਲਈ ਭਾਰਤ 'ਚ ਰੋਕ ਲਾਈ ਹੋਈ ਹੈ, ਜਿਸ ਨਾਲ ਅਮਰੀਕੀ 에ਅਰਲਾਈਨਜ਼ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਮਰੀਕਾ ਨੇ ਇਲਜ਼ਾਮਾਂ ਦੀ ਇਸ ਝੜੀ 'ਚ ਇਹ ਵੀ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ 에ਅਰਲਾਈਨਜ਼ ਆਪਣੇ ਦੇਸ਼ ਦੇ ਲੋਕਾਂ ਦੀ ਵਾਪਸੀ ਦੇ ਨਾਂ ਉੱਤੇ ਧੋਖਾ ਕਰ ਰਹੀ ਹੈ। US ਅਧਿਕਾਰੀਆਂ ਮੁਤਾਬਕ ਭਾਰਤ 'ਚ ਅਮਰੀਕੀ 에ਅਰਲਾਈਨਜ਼ ਨੂੰ ਜਦੋਂ ਤੱਕ ਉਡਾਣਾਂ ਭਰਨ ਦੀ ਛੋਟ ਨਹੀਂ ਮਿਲਦੀ, ਇੰਡੀਅਨ 에ਅਰਲਾਈਨਜ਼ ਦੇ ਚਾਰਟਰਡ ਜਹਾਜ਼ਾਂ ਉੱਤੇ ਇਸੇ ਤਰ੍ਹਾਂ ਰੋਕ ਜਾਰੀ ਰਹੇਗੀ। ਬਿਊਰੋ ਰਿਪੋਰਟ TV ਪੰਜਾਬ। ਪਾਕਿਸਤਾਨ ਦੀ ਰਹਿਣ ਵਾਲੀ ਇੱਕ ਲੜਕੀ ਸ਼ਮਾਇਲਾ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਉਸਦੇ ਵਿਆਹ 'ਚ ਆ ਰਹੇ ਅੜਿੱਕੇ ਦੂਰ ਕਰਨ ਦੀ ਗੁਹਾਰ ਲਗਾਈ ਹੈ। ਦਰਅਸਲ ਇਸ ਲੜਕੀ ਦਾ ਵਿਆਹ ਮਾਰਚ ਮਹੀਨੇ ਜਲੰਧਰ ਦੇ ਨੌਜਵਾਨ ਕਮਲ ਕਲਿਆਣ ਨਾਲ ਹੋਣਾ ਤੈਅ ਹੋਇਆ ਸੀ, ਪਰ ਕੋਰੋਨਾ ਵਾਇਰਸ ਤੇ ਲੋਕਡਾਊਨ ਕਾਰਨ ਸ਼ਮਾਇਲਾ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਸਕਿਆ। ਹੁਣ ਉਸਨੇ ਪ੍ਰਧਾਨ ਮੰਤਰੀ ਮੋਦੀ ਤੋਂ ਵੀਜ਼ਾ ਦਿਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕੇ ਤੇ ਵਿਆਹ ਤੋਂ ਬਾਅਦ ਭਾਰਤ ਰਹਿਣ ਦੀ ਇੱਛਾ ਪੂਰੀ ਕਰ ਸਕੇ। ਬਿਲਕੁਲ ਭਾਜੀ, ਸ਼ੌਕ ਤਾਂ ਹੈ, ਚਾਹ ਤਾਂ ਬਿਲਕੁਲ ਪੂਰਾ ਜੇ, ਕਿਉਂਕਿ ਕਦੀ ਜਿਹੜਾ ਮੁਲਕ ਦੇਖਿਆ ਨਹੀਂ ਜੀ। ਸ਼ਾਇਦ ਤਾਂ ਚਲੋ ਆਪਣੇ ਚੋਂ ਲੰਘ ਕੇ ਗਏ ਆ ਹਨਾ, ਜਿਹੜਾ ਦੇਖਿਆ ਨਹੀਂ ਕਦੀ। ਸਾਡੇ ਬਜ਼ੁਰਗ ਚਲੋ ਉਧਰ ਦੇਖਦੇ ਰਹੇ ਆ, ਸਾਰਾ ਆਉਂਦੇ ਜਾਂਦੇ ਸੀਗੇ ਜੀ, ਤੇ ਚਾਹ ਤਾਂ ਹੈ ਭਾਜੀ। ਹੁਣ ਮੰਗ ਕੀ ਹੈ ਤੁਹਾਡੀ?
ਮੰਗ ਮੇਰੀ ਪ੍ਰਧਾਨ ਮੰਤਰੀ ਜੀ ਅੱਗੇ ਹੀ ਮੰਗ ਆ, ਮੋਦੀ ਜੀ ਅੱਗੇ, ਕਿ ਮੇਰਾ ਜਿੰਨੀ ਜਲਦੀ ਹੋ ਸਕਦਾ ਮੈਨੂੰ ਸਪੋਰਟ ਕੀਤਾ ਜਾਵੇ ਤੇ ਵੱਧ ਤੋਂ ਵੱਧ ਜਲਦੀ, ਜਿੰਨੀ ਜਲਦੀ ਹੋ ਸਕਦਾ ਹੈ ਵੀਜ਼ਾ ਦਿੱਤਾ ਜਾਵੇ ਜੀ ਉਹਨਾਂ ਦੀ ਫੈਮਿਲੀ ਨੂੰ ਇੱਥੇ ਆਉਣ ਦੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਬੀਤੇ 24 ਘੰਟਿਆਂ 'ਚ ਲਗਭਗ 16,000 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 465 ਲੋਕਾਂ ਦੀ ਇਸ ਦੌਰਾਨ ਮੌਤ ਵੀ ਹੋਈ ਹੈ। ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧਣ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦਾ ਗ੍ਰਾਫ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਤੱਕ 2.58 ਲੱਖ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਚੁੱਕੇ ਨੇ। 5,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ 'ਚ ਰਹਿਣ ਵਾਲੇ ਲਗਭਗ 12 ਕਰੋੜ ਹੋਰ ਬੱਚੇ ਕੋਰੋਨਾ ਵਾਇਰਸ ਸੰਕਟ ਕਾਰਨ ਅਗਲੇ 6 ਮਹੀਨਿਆਂ ਦੇ ਅੰਦਰ ਗਰੀਬੀ ਦੀ ਲਪੇਟ 'ਚ ਆ ਸਕਦੇ ਨੇ। ਇਸ ਕਾਰਨ ਅਜਿਹੇ ਬੱਚਿਆਂ ਦੀ ਗਿਣਤੀ ਵੱਧ ਕੇ 36 ਕਰੋੜ ਹੋ ਜਾਵੇਗੀ। ਇਹ ਖੁਲਾਸਾ ਯੂਨੀਸੈਫ ਦੀ ਇੱਕ ਨਵੀਂ ਰਿਪੋਰਟ 'ਚ ਕੀਤਾ ਗਿਆ। ਇਹਨਾਂ 'ਚ ਭਾਰਤ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਮਾਲਦੀਵ ਤੇ ਸ਼੍ਰੀਲੰਕਾ ਸ਼ਾਮਲ ਨੇ। ਰਿਪੋਰਟ ਮੁਤਾਬਕ ਇਹਨਾਂ ਦੇਸ਼ਾਂ 'ਚ 24 ਕਰੋੜ ਬੱਚੇ ਪਹਿਲਾਂ ਹੀ ਗਰੀਬੀ 'ਚ ਜੀਵਨ ਬਤੀਤ ਕਰ ਰਹੇ ਨੇ। ਕੋਵਿਡ-19 ਕਾਰਨ ਟੀਕਾਕਰਨ, ਖੁਰਾਕ ਤੇ ਹੋਰ ਮਹੱਤਵਪੂਰਨ ਸਿਹਤ ਸੇਵਾਵਾਂ 'ਚ ਅੜਿੱਕੇ ਦੇ ਨਾਪੱਖ ਅਸਰ ਦਾ ਵੀ ਰਿਪੋਰਟ 'ਚ ਜ਼ਿਕਰ ਕੀਤਾ ਗਿਆ। ਯੂਨੀਸੈਫ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਸਿਹਤ ਤੇ ਸਿੱਖਿਆ ਦੇ ਮਾਮਲੇ 'ਚ ਬੱਚਿਆਂ ਨੂੰ ਕਈ ਦਹਾਕੇ ਪਿੱਛੇ ਧੱਕ ਸਕਦੀ ਹੈ। ਦੇਸ਼ 'ਚ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋ ਗਈ ਹੈ। ਰਾਜਧਾਨੀ ਦਿੱਲੀ 'ਚ ਡੀਜ਼ਲ ਨੇ ਕੀਮਤਾਂ ਦੇ ਮਾਮਲੇ 'ਚ ਪੈਟਰੋਲ ਨੂੰ ਪਛਾੜ ਦਿੱਤਾ। ਦਰਅਸਲ ਪਿਛਲੇ ਦਿਨੀ ਦਿੱਲੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵੈਟ ਬਰਾਬਰ ਕਰ ਦਿੱਤਾ ਸੀ, ਜਿਸ ਮਗਰੋਂ ਕੀਮਤਾਂ ਵਧਣ ਤੋਂ ਬਾਅਦ ਹੁਣ ਡੀਜ਼ਲ ਪੈਟਰੋਲ ਤੋਂ ਮਹਿੰਗਾ ਹੋ ਗਿਆ। ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਜ਼ਿਆਦਾ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਤੇਜ਼ੀ ਆਈ ਹੈ। ਦਿੱਲੀ 'ਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ ਤਾਂ 79.76 ਰੁਪਏ ਪ੍ਰਤੀ ਲੀਟਰ ਉੱਤੇ ਸਥਿਰ ਰਹੀ, ਪਰ ਡੀਜ਼ਲ ਦੀ ਕੀਮਤ 'ਚ 48 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ। ਇਸ ਵਾਧੇ ਨਾਲ ਦਿੱਲੀ 'ਚ ਬੁੱਧਵਾਰ ਨੂੰ ਡੀਜ਼ਲ 79.88 ਰੁਪਏ ਪ੍ਰਤੀ ਲੀਟਰ ਉੱਤੇ ਵਿਕ ਰਿਹਾ ਹੈ। ਇਸ ਤਰ੍ਹਾਂ ਗਾਹਕਾਂ ਲਈ ਹੁਣ ਦਿੱਲੀ 'ਚ ਪੈਟਰੋਲ ਤੋਂ ਮਹਿੰਗਾ ਡੀਜ਼ਲ ਹੋ ਗਿਆ ਹੈ। ਦਰਅਸਲ ਦਿੱਲੀ 'ਚ ਸੂਬਾ ਸਰਕਾਰ ਵੱਲੋਂ 5 ਮਈ ਤੋਂ ਪੈਟਰੋਲ ਉੱਤੇ ਵੈਟ 27% ਤੋਂ ਵਧਾ ਕੇ 30% ਤੇ ਡੀਜ਼ਲ ਉੱਤੇ ਵੈਟ ਨੂੰ 16.75% ਤੋਂ ਵਧਾ ਕੇ 30% ਕਰ ਦਿੱਤਾ ਗਿਆ ਹੈ। ਪੈਟਰੋਲ ਦੀ ਤੁਲਨਾ 'ਚ ਡੀਜ਼ਲ ਉੱਤੇ ਵੈਟ 'ਚ ਜ਼ਿਆਦਾ ਵਾਧਾ ਕੀਤੇ ਜਾਣ ਨਾਲ ਪੈਟਰੋਲ ਤੇ ਡੀਜ਼ਲ ਦੀ ਕੀਮਤ ਦਾ ਅੰਤਰ ਕਾਫੀ ਘਟ ਰਹਿ ਗਿਆ ਸੀ। ਵੈਟ 'ਚ ਵਾਧੇ ਤੋਂ ਬਾਅਦ 1 ਲੀਟਰ ਪੈਟਰੋਲ ਦਾ ਭਾਅ 71.26 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਭਾਅ 69.39 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਦੋਵੇਂ ਉਤਪਾਦ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ ਤੇ ਹੁਣ ਡੀਜ਼ਲ ਪੈਟਰੋਲ ਤੋਂ ਵੀ ਮਹਿੰਗਾ ਹੋ ਗਿਆ। ये एक सीधा सा मैसेज है कि आने वाले समय में सभी चीज़ें महंगी हो जाएंगी, शायद महंगाई दर इससे बढ़ जाए, क्योंकि जो भी व्हीकल ट्रांसपोर्ट लाइक माल को ढोने में जो काम आता है वो सिर्फ डीजल के ऊपर ही चलते हैं, अपने ट्रक या कोई भी टेम्पो ट्रांसपोर्ट सब कुछ। तो मेरे को लगता है कि इसका सीधा इफेक्ट हर माल के ऊपर पड़ेगा। ਇਸੇ ਤਰ੍ਹਾਂ ਦੇਸ਼ ਦੇ ਹੋਰ ਮਹਾਨਗਰਾਂ 'ਚ ਵੀ ਬੁੱਧਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਸਿਰਫ ਦਿੱਲੀ 'ਚ ਹੀ ਹੈ। ਮੁੰਬਈ 'ਚ ਬੁੱਧਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਉੱਤੇ 86.54 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.22 ਰੁਪਏ ਪ੍ਰਤੀ ਲੀਟਰ ਉੱਤੇ ਮਿਲ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਬੁੱਧਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 81.45 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਵੱਧ ਕੇ 77.6 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦੂਜੇ ਪਾਸੇ ਚੇਨਈ 'ਚ ਵੀ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 83.4 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਵੱਧ ਕੇ 77.17 ਰੁਪਏ ਪ੍ਰਤੀ ਲੀਟਰ ਉੱਤੇ ਆ ਗਿਆ ਹੈ। ਦਿੱਲੀ 'ਚ ਡੀਜ਼ਲ ਮਹਿੰਗਾ ਹੋਣ ਕਾਰਨ ਉਹ ਲੋਕ ਜ਼ਿਆਦਾ ਪਰੇਸ਼ਾਨ ਹਨ ਜਿਨ੍ਹਾਂ ਨੇ ਡੀਜ਼ਲ ਗੱਡੀਆਂ ਸਿਰਫ ਡੀਜ਼ਲ ਸਸਤਾ ਹੋਣ ਕਾਰਨ ਖਰੀਦੀਆਂ ਸਨ ਅਤੇ ਹੁਣ ਉਹਨਾਂ ਨੂੰ ਪੈਟਰੋਲ ਤੋਂ ਵੀ ਵੱਧ ਪੈਸੇ ਦੇਣੇ ਪੈ ਰਹੇ ਨੇ। ਬਿਊਰੋ ਰਿਪੋਰਟ ਟੀਵੀ ਪੰਜਾਬ। ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਪੰਜਾਬ ਦੇ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਪਾ ਦਿੱਤੀਆਂ ਨੇ। ਬਰਨਾਲਾ 'ਚ ਕਿਸਾਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਬਿਜਾਈ ਕਾਰਨ ਇਸ ਦਾ ਸਿੱਧਾ ਅਸਰ ਉਹਨਾਂ ਤੇ ਪੈ ਰਿਹਾ ਹੈ। ਉਹਨਾਂ ਇਸ ਦੇ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ
ਤੁਰੰਤ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕੇਂਦਰ 'ਚ ਵਜ਼ੀਰ ਹਰਸਿਮਰਤ ਬਾਦਲ ਦੀ ਇਸ ਮਾਮਲੇ 'ਚ ਚੁੱਪੀ ਤੇ ਵੀ ਸਵਾਲ ਚੁੱਕੇ। ਜੇ ਕਿਸਾਨ ਨੇ ਮਤਲਬ ਆਪਦੇ ਟਰੈਕਟਰ ਨਾਲ ਕੱਦੂ ਕਰਨਾ, ਜਦੋਂ ਲਾਈਟ ਘੱਟ ਆਉਂਦੀ ਆ ਉਦੋਂ ਜਨਰੇਟਰ ਤੇ ਵੀ ਲਾਉਣਾ ਪੈਂਦਾ। ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਘੱਟ ਨੇ ਜੀ। ਜੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਦੇਖਿਆ ਜਾਵੇ ਤਾਂ ਡੀਜ਼ਲ 18-20 ਰੁਪਏ ਲੀਟਰ ਬਣਦਾ ਗਾ, ਯਾਨੀ 52 ਤੋਂ 55 ਰੁਪਏ ਲੀਟਰ ਇਹ ਆਪਾਂ ਤੋਂ ਟੈਕਸ ਲੈ ਰਹੀਆਂ ਦੋਨੇ ਸਰਕਾਰਾਂ। ਜੇਕਰ ਇਹ ਚਾਹਣ ਤਾਂ ਇਹ ਸਰਕਾਰਾਂ ਆਪਦਾ ਟੈਕਸ ਮਤਲਬ ਹਟਾ ਕੇ ਸਿੱਧਾ ਜਿਹੜੀ ਤੇਲ ਦੀ ਕੀਮਤ ਆ ਉਹ ਕਿਸਾਨਾਂ ਤੋਂ ਲੈਣ, ਟਰਾਂਸਪੋਰਟਰਾਂ ਤੋਂ ਲੈਣ। ਜਿਹੜਾ ਲੋਕਾਂ ਦੇ ਅਸਰ ਪੈਂਦਾ ਟਰਾਂਸਪੋਰਟਰਾਂ ਦਾ ਹੀ ਲਾ ਲਓ ਤੁਸੀਂ, ਜਿਹੜੀਆਂ ਢੋਆ-ਢੋਆਈ ਕਰਦੇ ਆ ਉਹ ਸਾਰਾ ਚੀਜ਼ਾਂ ਦੀ ਮਹਿੰਗਾਈ ਆ ਜਿਹੜੀ ਉਹ ਪੈਣੀ ਆ, ਉਹ ਆ ਕੇ ਜਨਤਾ ਤੇ ਡਿੱਗਦੀ ਆ। ਉਹ ਗਰੀਬ ਹੋਣ, ਉਹ ਕਿਸਾਨ ਹੋਣ, ਉਹ ਮਜ਼ਦੂਰ ਹੋਣ। ਇਸ ਕਰਕੇ ਇਹ ਸਰਕਾਰ ਆ, ਕੋਈ ਵੀ ਸਰਕਾਰ ਆ ਜੇ, ਇਹ ਟਾਟੇ ਬਿਰਲਿਆਂ ਨਾਲ ਵੱਡੇ ਘਰਾਣਿਆਂ ਨਾਲ ਹੀ ਖੜੀ ਆ। ਉਹਨਾਂ ਦੀ ਕਰਜ਼ੇ ਮਾਫ ਕੀਤੇ ਨੇ ਇਹਨਾਂ ਨੇ, ਕੋਈ ਮਜ਼ਦੂਰਾਂ ਦਾ ਕਰਜ਼ਾ ਨਹੀਂ ਮਾਫ ਕੀਤਾ, ਕੋਈ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ। ਇਸ ਕਰਕੇ ਜਿਹੜਾ ਕਰੋਨਾ ਨਹੀਂ ਹੈ, ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਬਰਬਾਦੀ ਆ, ਆਮ ਲੋਕਾਂ ਦੀ ਬਰਬਾਦੀ ਆ। ਜਿਹੜੇ ਦਰਮਿਆਨੇ ਨੇ, ਚਾਹੇ ਉਹ ਦੁਕਾਨਦਾਰ ਹੋਣ, ਜਿਵੇਂ ਡੀ-ਮਾਰਟ ਵਰਗੀਆਂ, ਤੁਹਾਡੇ ਦੇਖਿਆ ਹੀ ਆ ਤੁਸੀਂ ਬਰਨਾਲੇ ਦੇ ਰਸਤੇ 'ਚ ਡੀ-ਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਇੱਥੇ ਆ ਰਹੀਆਂ ਨੇ। ਜਿਹੜੀਆਂ ਛੋਟੇ ਦੁਕਾਨਦਾਰ ਨੇ, ਵੱਡੀਆਂ ਕੰਪਨੀਆਂ ਨੇ, ਉਹ ਦੁਕਾਨਾਂ ਨੇ ਹਰ ਇੱਕ ਚੀਜ਼ ਪਹਿਲਾਂ ਘੱਟ ਰੇਟ ਤੇ ਦੇਣੀ ਆ। ਉਦੋਂ ਬਾਅਦ ਜਦੋਂ ਦੁਕਾਨਾਂ ਛੋਟੀਆਂ ਖਤਮ ਹੋ ਗਈਆਂ, ਉਦੋਂ ਬਾਅਦ ਇਹਨਾਂ ਨੇ ਆਪਦੀ ਮਰਜ਼ੀ ਦੇ ਰੇਟ ਲਾਉਣੇ ਆ। ਇਸ ਕਰਕੇ ਛੋਟਾ ਦੁਕਾਨਦਾਰ ਵੀ ਬਰਬਾਦ ਹੋ ਰਿਹਾ। ਸਾਰਿਆਂ ਨੂੰ ਛੋਟੇ ਦੁਕਾਨਦਾਰਾਂ ਨੂੰ, ਦਰਮਿਆਨੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਇੱਕ ਦਿਨ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾਗਾ। ਇਸ ਦੇ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਇੱਕ ਦੇਸ਼ ਇੱਕ ਮੰਡੀ ਯੋਜਨਾ ਦਾ ਵਿਰੋਧ ਕੀਤਾ। ਕਿਸਾਨਾਂ ਮੁਤਾਬਕ ਇਹ ਯੋਜਨਾ ਲਾਗੂ ਹੋਣ ਨਾਲ ਕਿਸਾਨਾਂ ਦੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ, ਜਿਸ ਨਾਲ ਖੁਦਕੁਸ਼ੀਆਂ ਦੇ ਮਾਮਲੇ ਵਧਣਗੇ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣਾਉਣਾ ਚਾਹੁੰਦੀ ਹੈ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਇਹ ਕਿਸਾਨਾਂ ਮਜ਼ਦੂਰਾਂ ਦਾ ਇਜਾਰਾ ਕਰਨ ਤੇ ਤੁੜੀ ਹੋਈ ਹੈ। ਵੱਡੇ ਧਨਾਡਾ ਨੂੰ ਇਹ ਭਾਰਤ ਨੂੰ ਸਮਾਉਣ ਜਾ ਰਹੀ ਹੈ, ਜਿਹਦੇ 'ਚ ਅੱਗੇ ਹੀ ਖੁਸ਼ਕਦੀਆਂ ਬਹੁਤ ਵਾਧਾ ਹੈ। ਕਿਉਂ ਦਿਨੋਂ ਦਿਨ ਰੇਟ ਚੜ੍ਹ ਜਾਂਦੇ ਨੇ ਹਰ ਇੱਕ ਚੀਜ਼ ਦੇ। ਜੋ ਖਰੀਦਣੀ ਹੈ, ਜੋ ਵੇਚਣੀ ਹੈ, ਉਹਨੂੰ ਕੋਈ ਪੁੱਛ ਨਹੀਂ ਰਿਹਾ। ਇਹਦੇ 'ਚ ਬਹੁਤ ਮਾੜਾ ਪ੍ਰਭਾਵ, ਖੁਦਕੁਸ਼ੀਆਂ ਵਧਣਗੀਆਂ ਅਤੇ ਬੇਦੀਨ ਹੋਣਗੇ ਕਿਸਾਨ ਵੀ, ਮਜ਼ਦੂਰ ਵੀ। ਜਾਂ ਕਣਕ ਦਾ ਜਾਂ ਝੋਨੇ ਦਾ MSC ਤਾਂ ਬੰਨ੍ਹਦੇ ਨੇ 17 ਚੀਜ਼ਾਂ ਦੀ ਉੱਥੇ ਬਹਿ ਕੇ ਪਾਰਲੀਮੈਂਟ ਦੇ ਵਿੱਚ, ਪਰ ਜਿਹੜਾ ਕਿਸਾਨ ਨੂੰ ਰੇਟ ਦਿੱਤਾ ਜਾਂਦਾ ਹੈ ਉਹ ਦੋ ਚੀਜ਼ਾਂ ਦਾ ਦਿੱਤਾ ਜਾਂਦਾ। ਪਹਿਲਾਂ ਤਾਂ ਕਿਸਾਨ ਤੇ ਇਹ ਦੋਸ਼ ਲਾਇਆ ਜਾਂਦਾ ਵੀ ਤੁਸੀਂ ਪਾਣੀ ਦਾ ਪੱਧਰ ਥੱਲੇ ਵਗ ਗਿਆ ਜੀ, ਛੋਟੇ ਝੋਨੇ ਨੇ ਭੇਜਤਾ, ਪਰ ਕਿਸਾਨ ਝੋਨਾ ਨਹੀਂ ਲੈ ਕੇ ਆਇਆ। ਅਸੀਂ ਅੱਜ ਵੀ ਕਹਿੰਦੇ ਜੇ ਬਦਲਵੀਆਂ ਫਸਲਾਂ ਦੇ ਇੱਥੇ ਰੇਟ ਦਿੱਤੇ ਜਾਣ, ਸਾਨੂੰ 2200 ਮੱਕੀ ਦਾ ਭਾਅ ਦਿੱਤਾ ਜਾਵੇ, ਅਸੀਂ ਝੋਨੇ ਨੂੰ ਲਾਉਂਦੇ ਹੀ ਨਹੀਂ। ਸਾਨੂੰ ਉਹ ਚੀਜ਼ਾਂ ਦੇ ਵੀ ਭਾਅ ਬੰਦ ਕਰਕੇ ਜਿਹੜੇ ਦੋ ਚੀਜ਼ਾਂ ਦਾ ਸਾਨੂੰ ਭਾਅ ਦੇ ਰਹੇ ਸੀ, ਕਣਕ ਤੇ ਝੋਨੇ ਦਾ, ਅੱਜ ਉਹ ਤੋਂ ਵੀ ਜਿਹੜੀ ਖੁੱਲੀ ਮੰਡੀ ਕਰ ਰਹੇ ਨੇ, ਉਹ 'ਚ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧਣਗੀਆਂ, ਕਰਜ਼ਾ ਵਧੂਗਾ, ਖੁਦਕੁਸ਼ੀਆਂ ਵਧਣਗੀਆਂ। ਪਰ ਅੱਜ ਬਹੁਤ ਕਿਸਾਨ ਜਿਹੜੇ 80% ਸਾਡੇ ਹਿਸਾਬ ਨਾਲ ਇਹੋ ਜਿਹੇ ਕਿਸਾਨ ਨੇ ਜਿਹੜਿਆਂ ਕੋਲੇ ਕਿਸੇ ਕੋਲੇ ਤਾਂ ਟਰੈਕਟਰ ਹੀ ਹੈ ਹੀ ਨਹੀਂ, ਕਿਸੇ ਕੋਲੇ ਟਰੈਕਟਰ ਹੈਗਾ ਉਹਦੇ ਕੋਲੇ ਟਰਾਲੀ ਨਹੀਂ, ਉਹ ਲੈ ਕੇ ਕਿੱਥੇ ਜਾਊਗਾ? ਹੁਣ ਤਾਂ ਇੱਕ ਛੰਨਾ ਵਾਲੀ ਮੰਡੀ 'ਚ ਢੋਣ ਦੀ ਸਮੱਸਿਆ ਆ ਜਾਂਦੀ ਹੈ। ਉਹ ਵੀ ਕਿਸੇ ਭਾਈ ਦੀ, ਵੱਡੇ ਕਿਸਾਨ ਦੀ ਟਰਾਲੀ ਪੁੱਛਣੀ ਪੈਂਦੀ, ਉਹਨੂੰ ਉਸ ਹਿਸਾਬ ਦੇ ਨਾਲ ਮਸ਼ੀਨ ਦੇ ਨਾਲ ਵੱਢਣੀ ਪੈਂਦੀ ਹੈ। ਉਹ ਲੈ ਕੇ ਕਿੱਥੇ ਜਾਊਗਾ? ਇਹ ਸਾਨੂੰ ਜਿਹੜੀ ਖੁੱਲੀ ਮੰਡੀ ਹੈ, ਇਹ ਸਾਨੂੰ ਇੱਕ ਬਰਬਾਦੀ ਦੇ ਕੰਢੇ ਤੇ ਸਰਕਾਰ ਝੋਕ ਰਹੀ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਸ਼ੁਰੂ ਕੀਤੀ ਗਈ ਸਾਈਕਲ ਯਾਤਰਾ ਅੱਜ ਫਗਵਾੜਾ ਪਹੁੰਚ ਗਈ। ਇੱਥੇ ਟੀਵੀ ਪੰਜਾਬ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਨੂੰ ਬਚਾਉਣ ਦੇ ਮੰਤਵ ਨਾਲ ਕਿਸਾਨ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਸ ਵਿੱਚ ਸਮਾਜ ਦੇ ਹਰ ਵਰਗ ਦਾ ਸਹਿਯੋਗ ਮਿਲ ਰਿਹਾ। ਬੈਂਸ ਮੁਤਾਬਕ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਰੀਬ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਉਹ ਇਸ ਸਾਈਕਲ ਰੈਲੀ ਕੱਢ ਰਹੇ ਨੇ। ਅਸੀਂ 5ਵੇਂ ਦਿਨ ਜਾ ਕੇ ਮੁੱਖ ਮੰਤਰੀ ਜੀ ਨੂੰ ਜਿਹੜਾ ਮੰਗ ਪੱਤਰ ਦੇਣਾ, ਉਹਦੇ ਵਿੱਚ ਕੀ ਆ ਵੀ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜਨ ਅੰਦੋਲਨ ਕਰਾਂਗੇ। ਹਾਂ, ਜਾਖੜ ਸਾਹਿਬ ਦਾ ਸਟੇਟਮੈਂਟ ਆ, ਅਸੀਂ ਹਰ ਪਿੰਡ 'ਚ ਜਾਵਾਂਗੇ। ਜੀ ਸਦਕੇ ਜਾਓ, ਪਰ ਇਹ ਯਾਦ ਰੱਖੋ ਵੀ ਤੁਸੀਂ ਸੱਤਾ ਦੇ ਵਿੱਚ ਹੋ, ਤੁਹਾਨੂੰ ਲੋਕਾਂ ਨੇ ਪਾਵਰ ਦਿੱਤੀ ਆ, ਗੋਲਡਨ ਐਬਸੋਲੂਟ ਮੈਜੋਰਿਟੀ ਤੁਹਾਡੇ ਕੋਲੇ ਆ। ਪਹਿਲਾਂ ਕਰਨ ਵਾਲਾ ਕੰਮ ਕਰ ਲਓ। ਕਰਨ ਵਾਲਾ ਕੰਮ ਹੈਗਾ ਹੰਗਾਮੀ ਸੈਸ਼ਨ ਤੁਰੰਤ ਕਾਲ ਕਰੋ, ਬਹੁਤ ਸੰਮਤੀ ਦੇ ਨਾਲ। ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਬਾਦਲਾਂ ਤੇ BJP ਨੂੰ ਛੱਡ ਕੇ ਬਹੁਤ ਸੰਮਤੀ ਦੇ ਨਾਲ ਇਹ ਕਾਲਾ ਬਿੱਲ ਵੱਡੋ ਆਰਡੀਨੈਂਸ, ਇਹ ਫਿਰ ਉਦੋਂ ਬਾਅਦ 'ਚ ਜਨ ਅੰਦੋਲਨ ਕਰ ਲਓ। ਅਸੀਂ ਵੀ ਸਾਡੀ ਛੋਟੀ ਪਾਰਟੀ ਆ, ਤੁਸੀਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਮਗਰ ਲੱਗ ਜਾਵਾਂਗੇ। ਉਹਨਾਂ ਦਾ ਜਿਹੜੇ ਜਨ ਅੰਦੋਲਨ ਹੈ, ਉਹਨਾਂ ਨੇ ਡਿਜੀਟਲ ਅੰਦੋਲਨ ਕਰਨ ਦੀ ਗੱਲ ਕੀਤੀ ਹੈ, ਸੋਸ਼ਲ ਮੀਡੀਆ ਦੇ ਅੰਦੋਲਨ ਕਰਨ ਦੀ ਗੱਲ ਕੀਤੀ ਹੈ। ਸੈਲਫ ਕੁਆਰੰਟਾਈਨ CM ਹੈਗੇ ਆ ਨਾ, ਗੁਫਾ 'ਚ ਗਏ ਹੋਏ, ਅਕਲਵਾਸ, ਸਵੈ ਅਕਲਵਾਸ ਕੀਤਾ ਹੋਇਆ ਮੁੱਖ ਮੰਤਰੀ ਗੁਫਾ ਦੇ ਵਿੱਚ ਬੈਠਾ, ਫਿਰ ਉਹ BC ਦੇ ਸਾਰਾ ਕੁਝ ਚਲਾਉਂਦਾ। ਯਾਰ ਹੋਰ ਸੂਬਿਆਂ ਦੇ ਵੀ ਤਾਂ CM ਹੈਗੇ ਹੀ ਆ। ਜੇ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਤੇ ਸਿਹਤ ਇਜਾਜ਼ਤ ਨਹੀਂ ਦਿੰਦੀ ਕਰੋਨਾ ਬਿਮਾਰੀ ਕਾਰਨ, ਫਿਰ ਥੋੜੇ ਸਮੇਂ ਲਈ ਜਿੰਨੇ ਦਿਨ ਕਰੋਨਾ ਦਾ ਪ੍ਰਕੋਪ ਚੱਲਦਾ, ਉਹਨੇ ਦਿਨ ਕਿਸੇ ਸਬੋਰਡੀਨੇਟ ਨੂੰ ਡਿਪਟੀ CM ਬਣਾ ਕੇ ਦੇ ਦੇਣ ਵੀ ਭਾਈ ਤੂੰ ਚਲਾ, ਮੈਂ ਹੁਣ ਗੁਪਤਵਾਸ ਹੈਗਾ। ਪਰ ਮੇਰੀ ਜਾਣਕਾਰੀ ਅਨੁਸਾਰ ਇਸ ਕੱਲਵਾਸ ਦੇ ਵਿੱਚ ਵਿਦੇਸ਼ੀ ਮਹਿਮਾਨ ਜਿਹੜੇ ਆ
ਮਹਿਮਾਨ ਨਵਾਜੀ ਦਾ ਕੈਪਟਨ ਅਮਰਿੰਦਰ ਸਿੰਘ ਲੁਤਫ ਲੈ ਰਿਹਾ ਵਿਦੇਸ਼ੀ ਮਹਿਮਾਨਾਂ ਦੇ ਨਾਲ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈ। ਐਂਡ ਤਰਾਈ ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਕੋਈ ਬਿਊਰੋਕ੍ਰੇਸੀ ਦੇ ਉੱਤੇ। ਜੇ BC ਦੇ ਉੱਤੇ ਗਵਰਨਮੈਂਟ ਚੱਲਦੀ ਹੋਵੇ ਤੇ ਫਿਰ ਆ ਇਲੈਕਟੋਰਲ ਪ੍ਰੋਸੈਸ ਦੀ ਤਾਂ ਜ਼ਰੂਰਤ ਹੀ ਹੈ ਨਹੀਂ, ਫਿਰ ਤਾਂ ਸਾਰਾ ਕੁਝ ਵੀਡੀਓ ਕਾਨਫਰੰਸਿੰਗ ਤੇ ਕਰੀ ਚਲੋ। ਸੋ ਅਸੀਂ ਫਿਰ ਰਿਕੁਐਸਟ ਕਰਾਂਗੇ ਕੈਪਟਨ ਸਾਹਿਬ ਨੂੰ ਵੀ ਪਲੀਜ਼ ਕਿਰਪਾ ਕਰਕੇ ਵਿਧਾਨ ਸਭਾ ਦਾ ਸੈਸ਼ਨ ਕਾਲ ਕਰ ਲਓ। ਕਾਂਗਰਸ ਪਾਰਟੀ ਜਿਹੜਾ ਅੰਦੋਲਨ ਕਰੇਗੀ ਅਸੀਂ ਬਿਨਾਂ ਸ਼ਰਤ ਪਿੱਛੇ ਜਾ ਕੇ ਉਹਨੂੰ ਸਪੋਰਟ ਕਰਕੇ ਆਇਆ ਕਰਾਂਗੇ। ਪਹਿਲਾਂ ਸੈਸ਼ਨ ਕਾਲ ਕਰਕੇ ਇਸ ਕਾਲੇ ਆਰਡੀਨੈਂਸ ਦਾ ਫਾਤਿਹਾ ਪੜ੍ਹ ਦਿਓ। ਅੱਛਾ, ਤੁਸੀਂ ਨਾਲ ਦੀ ਨਾਲ ਖਾਣਾ ਵੀ ਲੈ ਸਕਦੇ ਹੋ, ਕਿਉਂਕਿ ਇਹ ਵਕਤ ਤੁਹਾਡਾ ਨਾਲ ਦੀ ਨਾਲ ਅਸੀਂ ਲੈ ਰਹੇ ਹਾਂ। ਅਕਾਲੀ ਦਲ ਦੀ ਗੱਲ ਕਰ ਲਈਏ, ਉਹ ਵੀ ਇਸ ਸਰਬ ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਿਹਾ, ਜਦ ਕਿ ਅਕਾਲੀ ਦਲ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੋਈ ਨਹੀਂ ਕਰਦਾ। ਆਰਡੀਨੈਂਸਾਂ ਦੀ ਜਦੋਂ ਗੱਲ ਆਉਂਦੀ ਉਦੋਂ ਕਾਂਗਰਸ ਦੇ ਉੱਤੇ ਗੱਲ ਸੁੱਟ ਦਿੰਦਾ ਆ ਤੇ ਸਮਰਥਨ ਮੁੱਲ ਤੇ ਆਣ ਕੇ ਗੱਲ ਉਹਨਾਂ ਦੀ ਟਿਕ ਜਾਂਦੀ ਆ। ਵਿਦਵਾਨਾਂ ਦੀ ਤੁਸੀਂ ਗੱਲ ਕੀਤੀ, ਵਿਦਵਾਨ ਕਹਿੰਦੇ ਇਹ ਕਿਸਾਨ ਵਿਰੋਧੀ ਆ ਆਰਡੀਨੈਂਸ। ਜਸਵੀਰ, ਬੜਾ ਚੰਗਾ ਤੁਸੀਂ ਸਵਾਲ ਕੀਤਾ। ਪਿਛੋਕੜ ਦੇ ਵਿੱਚ ਅਕਾਲੀ ਦਲ ਜਦੋਂ ਬਾਦਲਾਂ ਦੇ ਕਬਜ਼ੇ 'ਚ ਨਹੀਂ ਸੀਗਾ, ਦੇਸ਼ ਦੇ ਅੰਦਰ ਰਾਜਾਂ ਦੇ ਵੱਧ ਅਧਿਕਾਰਾਂ ਦਾ ਲੰਬੜਦਾਰ ਲੀਡ ਕਰਦਾ ਸੀ ਅਕਾਲੀ ਦਲ। ਬਾਕੀ ਸਟੇਟ ਪਾਰਟੀਆਂ ਇਹਦੇ ਪਿੱਛੇ ਹੁੰਦੀਆਂ ਸੀ। ਸਟੇਟਾਂ ਦੇ ਅਧਿਕਾਰਾਂ ਦੀ ਰਖਵਾਲੀ ਵਾਲੀ ਪਾਰਟੀ ਅਕਾਲੀ ਦਲ ਅੱਜ ਅਫਸੋਸ ਆ ਆਪਣੀ ਤੀਵੀਂ ਦੀ ਵਜ਼ਾਰਤ ਬਚਾਉਣ ਵਾਸਤੇ ਅੱਜ ਉਹਦਾ ਪ੍ਰਧਾਨ ਇਸ ਰਾਜਾਂ ਦੇ ਉੱਤੇ ਡਾਕਾ। ਇਹ ਰਾਜਾਂ ਦੇ ਦਿੱਤੇ ਅਧਿਕਾਰ ਜਿਹੜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਸਾਨੂੰ ਅਧਿਕਾਰ ਦੇ ਕੇ ਗਏ ਆ, 7ਵਾਂ ਸ਼ਡਿਊਲ, 14ਵੀਂ ਐਂਟਰੀ ਖੇਤੀਬਾੜੀ, 25ਵੀਂ ਐਂਟਰੀ ਮੰਡੀਕਰਨ ਬੋਰਡ, ਉਹ ਦੋਨਾਂ ਦੇ ਉੱਤੇ ਮੋਦੀ ਨੇ ਡਾਕਾ ਮਾਰ ਲਿਆ। ਕਰੋਨਾ ਦੇ ਵਿੱਚ ਮੋਦੀ ਸਾਹਿਬ ਡਿਕਟੇਟਰ ਬਣ ਗਏ। ਇਹ ਅਕਾਲੀ ਦਲ ਵਾਲੇ ਜਿਨ੍ਹਾਂ ਦਾ ਪਿਛੋਕੜ ਹੈਗਾ ਕਿ ਇਹ ਰਾਜਾਂ ਦੇ ਅਧਿਕਾਰਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਵਜੋਂ ਜਾਣੀ ਜਾਂਦੀ, ਅੱਜ ਉਹਦਾ ਪ੍ਰਧਾਨ ਆਪਣੀ ਪਤਨੀ ਦੀ ਵਜ਼ਾਰਤ ਬਚਾਉਣ ਵਾਸਤੇ ਉਹਦਾ ਸਮਰਥਨ ਕਰ ਰਿਹਾ। ਲੁਧਿਆਣਾ 'ਚ ਇੱਕ ਪ੍ਰਵਾਸੀ ਨੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਪਤਨੀ ਦੀ ਧੌਣ ਵੱਢੀ ਤੇ ਫਿਰ ਜ਼ਹਿਰ ਖਾ ਲਿਆ। ਇਸ ਨਾਲ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਤਿਲ ਪਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਕਤਲ ਲਈ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਦੇ ਗੁਰਦੇਵ ਨਗਰ 'ਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ ਜਦ ਇੱਕ ਪ੍ਰਵਾਸੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਵੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਪ੍ਰਵਾਸੀ ਮੁਕੇਸ਼ ਰਾਤੀ ਸ਼ਰਾਬ ਪੀ ਕੇ ਘਰ ਆਇਆ ਸੀ ਤੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਗੁੱਸੇ 'ਚ ਉਸਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਗਲਾ ਵੱਢ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਖੁਦ ਮੁਕੇਸ਼ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੁਕੇਸ਼ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ 'ਚ ਹਾਲਤ ਗੰਭੀਰ ਹੋਣ ਕਰਕੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਹਥਿਆਰ ਬਰਾਮਦ ਕਰਕੇ ਅਗਲੇਰੀ ਜਾਂਚ ਪੜਤਾਲ ਆਰੰਭ ਦਿੱਤੀ ਹੈ। ਇਹ ਗੁਰਦੇਵ ਨਗਰ ਦੇ ਏਰੀਆ 'ਚ ਹੋਇਆ, PVR ਦੀ ਬੈਕ ਸਾਈਡ ਤੇ। ਇਹ ਪ੍ਰਵਾਸੀ ਪਰਿਵਾਰ ਸੀ, ਇੱਕ ਰਹਿੰਦਾ ਇੱਥੇ, ਪ੍ਰੈਸ ਦਾ ਕੰਮ ਕਰਦਾ ਸੀਗਾ। ਮੁਕੇਸ਼ ਕੁਮਾਰ ਨਾਂ ਦਾ ਆਦਮੀ ਸੀ ਜਿਹਦੇ ਪਰਿਵਾਰ ਸੀ ਇੱਥੇ। ਉਹਨੇ ਰਾਤ ਆਪਣੀ ਵਾਈਫ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਤੇ ਉਸ ਤੋਂ ਬਾਅਦ ਉਹਨੇ ਆਪ ਵੀ ਕੁਝ ਪੋਇਜ਼ਨ ਲੈ ਲਿਆ, ਜਿਹਨੂੰ ਰਜਿੰਦਰਾ ਹਸਪਤਾਲ ਭੇਜਿਆ ਗਿਆ ਸਿਵਲ ਹਸਪੀਟਲ ਤੋਂ। ਤੇ ਬਾਕੀ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ। ਕਹਿੰਦੇ ਉਹਦੀ ਵੀ ਜਾਨ ਖਤਰੇ ਜਾਂ ਵੀ ਹਾਂ, ਇਹ ਤਾਂ ਡਾਕਟਰ ਦੱਸਣਗੇ। ਅਜੇ ਕੁਝ ਖਾਦਾ ਹੋਇਆ, ਡਰਿੰਕ ਵੀ ਉਹਦੀ ਜ਼ਿਆਦਾ ਕੀਤੀ ਸੀ ਦੱਸਦੇ ਆ ਰਾਤ। ਤੇ ਸਰ ਕੋਈ ਆਪਸ ਚ ਮੀਆਂ ਬੀਬੀ ਦਾ ਕਿਸੇ ਹੋਰ ਤੇ ਸ਼ੱਕ ਜਾਂਦਾ ਜੀ? ਅਜੇ ਜੋ ਮੌਕੇ ਤੋਂ ਪਤਾ ਲੱਗਿਆ ਉਹ ਤਾਂ ਉਹਦੇ ਤੇ ਹੀ ਹੈ, ਉਹਦੇ ਹਸਬੈਂਡ ਨੇ ਕੀਤਾ, ਕਿਉਂਕਿ ਉਹਦਾ ਬੇਟਾ ਵੱਡਾ 17 ਸਾਲ ਦਾ ਦੱਸ ਰਿਹਾ ਵੀ ਪਾਪਾ ਨੇ ਮਾਰਿਆ ਉਹਨੂੰ। ਬਾਕੀ ਤਫਤੀਸ਼ ਜਾਰੀ ਹੈ ਜੀ। ਹਥਿਆਰ ਵਗੈਰਾ ਵੀ ਕੋਈ ਮਿਲਿਆ ਜੀ? ਅਜੇ ਸਰਚ ਕਰ ਰਹੇ ਹਾਂ। ਠੀਕ ਹੈ ਸਰ। ਇਹ ਕਿਹੜੀ ਜਗ੍ਹਾ ਸਰ ਆਪਣਾ? ਗੁਰਦੇਵ ਨਗਰ ਹੈ, 2986 ਨੰਬਰ ਕੋਠੀ, ਥਾਣਾ ਡਿਵੀਜ਼ਨ 5 ਨੰਬਰ 'ਚ, ਡਿਵੀਜ਼ਨ 5। ਦੱਸ ਦੇਈਏ ਕਿ ਕਾਤਲ ਮੁਕੇਸ਼ ਦੇ ਪੁੱਤਰ ਨੇ ਹੀ ਪੁਲਿਸ ਨੂੰ ਆਪਣੇ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਹੈ। ਉਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮੁਕੇਸ਼ ਤੇ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕੀਤਾ। ਉਸ ਦੇ ਠੀਕ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ, ਟੀਵੀ ਪੰਜਾਬ। ਬਰਨਾਲਾ ਦੇ ਪਿੰਡ ਪੱਖੋਂ ਕਲਾ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਵਿਵਾਦ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪਹਿਲਾਂ ਕਈ ਵਾਰ ਬੋਲੀ ਰੱਦ ਹੋਣ ਦੇ ਬਾਅਦ ਹੁਣ ਜਦ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਲਿਤ ਭਾਈਚਾਰੇ ਦੇ ਲੋਕ ਟੈਂਕੀ ਤੇ ਚੜ੍ਹ ਗਏ। ਦਲਿਤਾਂ ਨੇ ਬੋਲੀ ਦੌਰਾਨ ਭੇਦਭਾਵ ਤੇ ਹੋਰ ਬੇਨਿਯਮੀਆਂ ਦੇ ਦੋਸ਼ ਲਗਾਏ ਨੇ। ਦੂਜੇ ਪਾਸੇ ਪ੍ਰਸ਼ਾਸਨ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਿਹਾ ਹੈ। ਬਰਨਾਲਾ ਦੇ ਪਿੰਡ ਪੱਖੋ ਕਲਾਂ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਜਦ ਬੋਲੀ ਕਰਵਾਈ ਜਾ ਰਹੀ ਸੀ ਤਾਂ ਪਿੰਡ ਦੇ ਹੀ ਦਲਿਤ ਬੇਨਿਯਮਾਂ ਦਾ ਦੋਸ਼ ਲਗਾ ਕੇ ਬੋਲੀ ਦਾ ਬਾਈਕਾਟ ਕਰਕੇ ਟੈਂਕੀ ਉੱਪਰ ਚੜ੍ਹ ਗਏ।
ਲੋਕਾਂ ਦਾ ਕਹਿਣਾ ਸੀ ਕਿ ਜਿਸ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਹੈ ਉਸ ਵਿੱਚ ਦਲਿਤਾਂ ਦਾ 33% ਹਿੱਸਾ ਰਾਖਵਾਂ ਹੈ। ਇਸ ਦੇ ਬਾਵਜੂਦ ਉਹਨਾਂ ਨੂੰ ਬੋਲੀ 'ਚ ਹਿੱਸਾ ਲੈਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਦਲਿਤ ਭਾਈਚਾਰੇ ਦਾ ਕਹਿਣਾ ਸੀ ਕਿ ਇਨਸਾਫ ਨਾ ਮਿਲਣ ਤੱਕ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ। ਅੱਜ ਮੈਂ ਪੱਖੋ ਪਿੰਡ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜਾ। ਇੱਥੇ ਕਈ ਮਹੀਨਿਆਂ ਦੇ ਉੱਤੋਂ ਪੰਚਾਇਤੀ ਜ਼ਮੀਨ ਜਿਹੜੀ ਸ਼ਡਿਊਲ ਕਾਸਟਾਂ ਨੂੰ ਮਿਲਦੀ ਆ ਉਹਦਾ ਰੌਲਾ ਪਿਆ ਹੋਇਆ। 5 ਵਾਰੀ ਬੋਲੀ ਕੈਂਸਲ ਹੋ ਚੁੱਕੀ ਆ। ਜਿਹੜਾ ਇੱਥੇ ਦਾ ਪ੍ਰਸ਼ਾਸਨ ਆ ਜਿਵੇਂ ਅਸੀਂ ਅੱਜ ਡੀਸੀ ਨੂੰ, ਏਡੀਸੀ ਨੂੰ, ਡੀਡੀਪੀਓ ਨੂੰ ਤੇ ਤਹਿਸੀਲਦਾਰ ਨੂੰ ਵੀ ਫੋਨ ਤੇ ਗੱਲ ਕਰੀ, ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਇਆ। ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਅਸੀਂ ਕਿਹਾ ਸੀਗਾ ਕਿ ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਉਸ ਵਿੱਚੋਂ ਬਾਹਰ ਕੱਢਿਆ ਜਾਵੇ। ਜਿਹੜੇ ਸ਼ਡਿਊਲ ਕਾਸਟਾਂ ਦਾ ਵੱਡਾ ਧੜਾ ਉਹਦੀ ਗੱਲ ਸੁਣੀ ਜਾਵੇ। ਜਿਹੜਾ ਬੰਦਾ ਪਹਿਲਾਂ ਦੋਖੀ ਪਾਇਆ ਗਿਆ, ਜਿਹਨੇ ਡੰਮੀ ਬੋਲੀ ਕਰਾਈ ਸੀ, ਉਸ ਬੰਦੇ ਨੂੰ ਉਹਦੇ ਵਿੱਚੋਂ ਬਾਹਰ ਕੱਢਿਆ ਜਾਵੇ। ਉਲਟਾ ਇਹ ਗੱਲ ਹੋ ਗਈ ਕਿ ਜਿਹੜੇ ਉਹ ਡੰਮੀ ਨੇ, ਜਿਹੜੇ ਨੇ ਪਹਿਲਾਂ ਬੋਲੀ ਜਾਂ ਜ਼ਮੀਨ ਬਾਹਰ ਰਹੇ ਨੇ, ਅੱਜ ਵੀ ਜ਼ਮੀਨ ਦੇ ਉੱਤੇ ਪਾਣੀ ਲੱਗ ਰਿਹਾ ਸੀਗਾ, ਇਹ ਇੱਕ ਮਤਲਬ ਫਾਰਮੈਲਿਟੀ ਪੂਰੀ ਕਰਨ ਵਾਸਤੇ ਉਹਨਾਂ ਬੰਦਿਆਂ ਦੇ ਨਾਂ ਹੀ ਬੋਲੀ ਕੱਟ ਰਹੇ ਨੇ। ਜਿਹੜੇ ਬੰਦੇ ਦੂਜੇ ਬੋਲੀ ਦੇਣਾ ਚਾਹੁੰਦੇ ਤੇ ਉਹਨਾਂ ਨੂੰ ਬਾਹਰ ਕੱਢਤਾ ਧੱਕੇ ਨਾਲ। ਕਹਿੰਦੇ ਉਹ ਚਾਹੇ ਮਤਲਬ ਉਹਨਾਂ ਨੂੰ ਭੜਕਾ ਕੇ ਗਲਤ ਏਜੰਡੇ ਤੇ ਲਿਆ ਕੇ ਉਹ ਬਾਈਕਾਟ ਕਰਕੇ ਬਾਹਰੇ ਆ ਗਏ। ਤੇ ਅੱਜ ਬੋਲੀ ਆ ਜਿਹੜੀ ਇੱਥੇ ਸਾਰੇ ਸਾਰਾ ਸ਼ਡਿਊਲ ਕਾਸਟਾਂ ਨਾਲ ਨਿਯਮਾਂ ਦੇ ਅਨੁਸਾਰ ਨਹੀਂ ਹੋ ਰਹੀ, ਧੱਕਾ ਹੋ ਰਿਹਾ। ਤੇ ਜਿਹੜੇ ਧੱਕਾ ਜਿਹੜੀ ਧਿਰ ਨਾਲ ਹੋ ਰਿਹਾ, ਉਹ ਧਿਰ ਦੇ ਵਿੱਚੋਂ 4-5 ਬੰਦੇ ਆਪ ਦਾ ਦੁੱਖ ਪ੍ਰਗਟ ਕਰਨ ਵਾਸਤੇ, ਆਪ ਦਾ ਰੋਸ ਪ੍ਰਗਟ ਕਰਨ ਵਾਸਤੇ ਟੈਂਕੀ ਉੱਤੇ ਚੜੇ ਹੋਏ ਨੇ। ਅਸੀਂ ਪ੍ਰਸ਼ਾਸਨ ਨੂੰ ਹੁਣ ਵੀ ਜਾਣਕਾਰੀ ਦਿੱਤੀ ਆ ਤੇ ਇਸ ਤੋਂ ਪਹਿਲਾਂ ਡੀਸੀ ਏਡੀਸੀ ਨੂੰ ਪਹਿਲੇ ਪਹਿਰ ਅਸੀਂ ਮਿਲ ਕੇ ਆਏ ਆ। ਸਾਡੀ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ। ਅਸੀਂ ਚਾਹੁੰਦੇ ਤੇ ਵੀ ਲੋਕਾਂ ਦੀ ਗੱਲ ਸੁਣੀ ਜਾਵੇ। ਇਹ ਮਤਲਬ ਸ਼ਡਿਊਲ ਕਾਸਟ ਲੋਕ ਨੇ ਜਿਨ੍ਹਾਂ ਨੇ ਇਹ ਜ਼ਮੀਨ ਜਿਨ੍ਹਾਂ ਦੇ ਹੱਕ 'ਚ ਬਣਦੀ ਆ ਕਾਨੂੰਨ ਦੇ ਆਧਾਰ ਤੇ, ਉਹਨਾਂ ਨੂੰ ਹੀ ਬਿਠਾ ਕੇ ਉਹਨਾਂ ਦੀ ਧਰਮਸ਼ਾਲਾ ਦੇ ਵਿੱਚ ਬੋਲੀ ਕੀਤੀ ਆ। ਪਰ ਇਹ ਕੁਝ ਨਹੀਂ ਹੋਇਆ। ਪ੍ਰਸ਼ਾਸਨ ਜਾਂ ਹੋਰ ਸਾਰਾ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਗਰੀਬ ਲੋਕ ਆ ਜਿਹੜੇ ਅੱਜ ਰੋਸ ਕਰਨ ਵਾਸਤੇ ਆਪਣੀ ਟੈਂਕੀ ਤੇ ਚੜੇ ਹੋਏ ਨੇ। ਅਸੀਂ ਵੀ ਇਹਨਾਂ ਵਿੱਚ ਦਖਲਅੰਦਾਜ਼ੀ ਦੇਣ ਦੀ ਕੋਸ਼ਿਸ਼ ਕਰੀ ਕਿ ਡੀਸੀ ਨੂੰ ਮਿਲਿਆ, ਮੈਂ ਏਡੀਸੀ ਨੂੰ ਮਿਲਿਆ, ਡੀਡੀਪੀਓ ਨੂੰ ਮਿਲਿਆ, ਤਹਿਸੀਲਦਾਰ ਨਾਲ ਵੀ ਫੋਨ ਤੇ ਗੱਲ ਕਰੀ, ਪਰ ਕੋਈ ਰਾਹ ਪੱਲੇ ਨਹੀਂ ਪਾਏ। ਦੱਸ ਦਈਏ ਕਿ ਲੰਘੇ ਕੱਲ ਵੀ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਉਸ ਸਮੇਂ ਰੱਦ ਕਰ ਦਿੱਤੀ ਗਈ ਸੀ ਜਦ ਸਥਾਨਕ ਵਿਧਾਇਕ ਪਰਮਲ ਸਿੰਘ ਖਾਲਸਾ ਨੇ ਦਲਿਤਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਬਲਾਕ ਪੰਚਾਇਤ ਅਫਸਰ ਨੂੰ ਖਰੀਆਂ ਸੁਣਾਈਆਂ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਸਾਰੀ ਪੰਚਾਇਤ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ, ਜਿਸ ਵਿੱਚ ਸਿਰਫ ਦਲਿਤ ਭਾਈਚਾਰੇ ਦੇ ਲੋਕ ਹੀ ਸ਼ਾਮਲ ਸਨ। ਜੋ ਵਿਅਕਤੀ ਬੋਲੀ ਦਾ ਬਾਈਕਾਟ ਕਰਕੇ ਟੈਂਕੀ ਉੱਪਰ ਚੜੇ ਨੇ ਉਹ ਬੇਬੁਨਿਆਦ ਦੋਸ਼ ਲਗਾ ਰਹੇ ਨੇ, ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਬਰਨਾਲਾ ਤੋਂ ਅੰਮ੍ਰਿਤਪਾਲ ਸਿੰਘ ਧਾਲੀਵਾਲ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਪੰਜਾਬ 'ਚ ਮੌਨਸੂਨ ਸਿਰ ਤੇ ਹੈ ਅਤੇ ਇਸ ਵਾਰ ਵੀ ਬਰਨਾਲਾ 'ਚ ਡਰੇਨਾਂ ਦੀ ਸਫਾਈ ਨਹੀਂ ਹੋ ਸਕੀ। ਇਸ ਗੱਲ ਤੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ ਕਿਉਂਕਿ ਅਜੇ ਖੇਤਾਂ 'ਚ ਝੋਨੇ ਦੀ ਬਿਜਾਈ ਚੱਲ ਰਹੀ ਹੈ ਅਤੇ ਜੇਕਰ ਡਰੇਨਾਂ ਦੀ ਸਫਾਈ ਨਾ ਹੋਈ ਤਾਂ ਬਰਸਾਤੀ ਪਾਣੀ ਕਿਸਾਨਾਂ ਦੀ ਸਾਰੀ ਮਿਹਨਤ ਮਿੱਟੀ 'ਚ ਮਿਲਾ ਸਕਦਾ ਹੈ। ਕਿਸਾਨਾਂ ਮੁਤਾਬਿਕ ਹਰ ਸਾਲ ਉਹਨਾਂ ਦੀ ਸੈਂਕੜੇ ਏਕੜ ਫਸਲ ਸਿਰਫ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਖਰਾਬ ਹੋ ਜਾਂਦੀ ਹੈ ਅਤੇ ਇਸ ਵਾਰ ਵੀ ਪ੍ਰਸ਼ਾਸਨ ਡੂੰਘੀ ਨੀਂਦ ਸੁੱਤਾ ਜਾਪ ਰਿਹਾ। ਉਧਰ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਜਲਦੀ ਹੀ ਡਰੇਨਾਂ ਦੀ ਸਫਾਈ ਦਾ ਭਰੋਸਾ ਦਿੱਤਾ। ਇਹ ਡਰੇਨ ਜੀ ਮਰੇਕੋਲੇ ਤੋਂ ਇੱਧਰ ਰਾਜਸਥਾਨ ਨਾਲ ਨੂੰ ਜਾਂਦੀ ਹੈ ਜੀ, ਕਿ ਦੱਸਦੇ ਆ ਇਹ ਕੌਣ ਦੀ ਮੈਂ ਵਗਦੀ ਦੇਖਦਾ ਜੀ। ਹਰ ਇੱਕ ਸਾਲ ਇੱਥੇ ਪਾਣੀ ਆ ਜਾਂਦਾ, ਕੋਈ ਇਹਦੀ ਸਫਾਈ ਨਹੀਂ ਹੁੰਦੀ। ਕਦੋਂ ਪਾਣੀ ਆ ਜਾਂਦਾ ਜੀ ਸਾਰੇ ਘਰਾਂ 'ਚ ਪਾਣੀ ਚੜ੍ਹ ਕੇ ਚਲਾ ਜਾਂਦਾ ਜੀ। ਆ ਜਿਹੜੇ ਗੰਦੇ ਲਿਫਾਫੇ ਆ ਘਰਾਂ ਦੇ ਵਿੱਚ ਜਾਂਦੇ ਆ ਜੀ, ਪਾਣੀ ਵੀ ਘਰਾਂ 'ਚ ਵੜ ਜਾਂਦਾ। ਫਸਲਾਂ ਕਿਹੜੀਆਂ ਸਬਜ਼ੀਆਂ ਬੀਜੀਆਂ ਉਹ ਵੀ ਮਰ ਜਾਂਦੀਆਂ, ਕਿਹੜੇ ਝਾਰੇ ਆ ਸਾਡੇ ਉਹ ਵੀ ਮਰ ਜਾਂਦੇ ਆ, ਪਸ਼ੂ ਨਹੀਂ ਉਹਨਾਂ ਨੂੰ ਖਾਂਦੇ ਜੀ। ਕੋਈ ਬੰਦੋਬਸਤ ਨਹੀਂ ਹੋਇਆ ਜੀ। ਉਹ ਕਿਹੜੇ ਨਰੰਗਾ ਆਏ ਆ ਜੀ, ਉਹ ਆਉਂਦੇ ਹੁੰਦੇ ਆ ਜੀ, ਉਹ 5-4 ਪੰਡਾ ਕੱਢ ਜਾਂਦੇ ਆ ਜੀ। ਉਹਦੇ ਨਾਲ ਪਾਣੀ ਕਾਹਦਾ ਲੰਘਣਾ ਜੀ। ਆ ਪੁਲੀਆਂ ਛੋਟੀਆਂ ਪਾਣੀ ਨਹੀਂ ਲੰਘਦਾ। ਜੇ ਤਾਂ ਕੋਈ ਮਸ਼ੀਨ ਵੱਡੀ ਭੇਜਣ ਜੀ, ਉਹਦੇ ਨਾਲ ਆਹ ਰੇਗ ਰੂ ਕੱਢੀ ਜਾਵੇ ਫਿਰ ਤਾਂ ਪਾਣੀ ਲੰਘ ਜੇ ਜੀ, ਨਹੀਂ ਕੋਈ ਹੱਲ ਨਹੀਂ। ਸਾਡਾ ਬੁਰਾ ਹਾਲ ਆ ਸਾਰੇ ਘਰਾਂ ਦਾ। ਪਰਸੋਂ ਹੀ ਇਹਦੀ ਮੀਟਿੰਗ ਹੋਈ ਸੀਗੀ, ਸਾਰੇ ਡਿਪਾਰਟਮੈਂਟਸ ਨਾਲ ਏਡੀਸੀ ਨੇ ਮੀਟਿੰਗ ਕੀਤੀ ਹੈ, ਜਿਸ ਵਿੱਚ ਆਪਣਾ ਫੂਡ ਐਂਡ ਸਪਲਾਈ ਡਿਪਾਰਟਮੈਂਟ ਹੋ ਗਿਆ, ਹੈਲਥ ਡਿਪਾਰਟਮੈਂਟ ਹੋ ਗਿਆ, ਡਰੇਨਿੰਗ ਡਿਪਾਰਟਮੈਂਟ ਹੋ ਗਿਆ ਅਤੇ ਹੋਰ ਵੱਖ-ਵੱਖ ਡਿਪਾਰਟਮੈਂਟਸ। ਸਾਰੇ ਡਿਪਾਰਟਮੈਂਟਸ ਨੂੰ ਇਹ ਦੱਸ ਦਿੱਤਾ ਗਿਆ ਸੀ ਕਿ ਜੋ ਵੀ ਉਹਨਾਂ ਨੇ ਇੰਤਜ਼ਾਮ ਕਰਨੇ ਉਹ ਪੂਰੇ ਮੁਕੰਮਲ ਰੱਖਣ। ਇਸ ਤੋਂ ਇਲਾਵਾ ਬਰਨਾਲੇ ਵਿੱਚ 6 ਡਰੇਨਸ ਪੈਂਦੀਆਂ ਹੈਗੀਆਂ। ਸਭ ਤੋਂ ਵੱਡੀ ਡਰੇਨ ਲਿਸਾਰਾ ਡਰੇਨ ਹੈਗੀ। ਬਾਕੀ ਆਪਣੇ ਹੈਗੀਆਂ ਟੱਲੇਵਾਲ, ਸੈਨਾ, ਧਨੌਲਾ, ਹਰੀਗੜ੍ਹ, ਇਹ ਵੀ ਜਿਹੜੀਆਂ ਇਹਨਾਂ ਦੀ ਸਫਾਈ ਤਾਂ ਨਰੇਗਾ ਲੇਬਰ ਤੋਂ ਪਹਿਲਾਂ ਕਰਵਾ ਦਿੱਤੀ ਗਈ ਸੀਗੀ, ਕਿਉਂਕਿ ਇਹ ਜਿਹੜੀਆਂ ਡਰੇਨਾਂ ਹੈਗੀਆਂ ਡਰਾਈ ਡਰੇਨਸ ਹੈਗੀਆਂ।
ਜਿਹੜੀ ਲਸਾਰਾ ਡਰੇਨ ਹੈ ਇਸ ਵਿੱਚ ਪਾਣੀ ਖੜਾ ਹੁੰਦਾ ਹੈ, ਹਰ ਵਕਤ ਖੜਾ ਹੁੰਦਾ ਕਿਉਂਕਿ ਪਾਣੀ ਇਹ ਚੱਲਦੀ ਹੈ ਉੱਥੋਂ ਲੁਧਿਆਣੇ ਤੋਂ ਆਉਂਦੀ ਹੈ ਅਤੇ ਅੱਗੇ ਬਠਿੰਡੇ ਤੱਕ ਜਾਂਦੀ ਹੈ। ਇਹਦੇ ਸੰਬੰਧੀ ਕੁਝ ਫੰਡਸ ਆਉਣੇ ਸੀਗੇ ਸਰਕਾਰ ਵੱਲੋਂ ਜੋ ਕਿ ਅਸੀਂ ਅੱਗੇ ਮੈਟਰ ਟੇਕਅਪ ਕੀਤਾ, ਕੁਝ ਫੰਡਸ ਆ ਵੀ ਜਾਣਗੇ। ਇਹ ਡਰੇਨ ਦੀ ਜੋ ਸਫਾਈ ਹੋਣੀ ਹੈ ਇਹ ਹੋਏਗੀ ਆਪਣੇ ਮਸ਼ੀਨ ਰਾਹੀਂ, ਜਿਵੇਂ ਮਸ਼ੀਨਾਂ ਰਾਹੀਂ ਇਹਦੀ ਸਫਾਈ ਹੋਵੇਗੀ। ਇਹ ਸਨ ਅੱਜ ਦੀਆਂ ਖਬਰਾਂ ਤੇ ਇੱਕ ਵਾਰ ਜਾਂਦੇ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਭਾਰਤੀ ਸੈਨਾ ਨੇ ਰੂਸ ਦੇ ਮਾਸਕੋ 'ਚ ਵਿਕਟਰੀ ਡੇ ਪਰੇਡ 'ਚ ਲਿਆ ਭਾਗ। ਦੁਨੀਆ ਦੇ ਟੌਪ ਲੀਡਰਾਂ ਨਾਲ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਰਹੇ ਮੌਜੂਦ। ਅਮਰੀਕਾ ਤੋਂ ਡਿਪੋਰਟ ਕੀਤੇ 106 ਭਾਰਤੀ ਪਹੁੰਚੇ ਅੰਮ੍ਰਿਤਸਰ 에ਅਰਪੋਰਟ। ਅਮਰੀਕਾ ਨੇ ਵੰਦੇ ਭਾਰਤ ਮਿਸ਼ਨ ਤਹਿਤ ਚਲਾਈਆਂ ਜਾ ਰਹੀਆਂ ਭਾਰਤੀ ਉਡਾਨਾਂ ਤੇ ਵੀ ਲਗਾਈ ਰੋਕ। ਪਾਕਿਸਤਾਨੀ ਕੁੜੀ ਤੇ ਭਾਰਤੀ ਮੁੰਡੇ ਦੇ ਵਿਆਹ 'ਚ ਪਿਆ ਅੜਿੱਕਾ। ਕੁੜੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਵੀਜ਼ਾ ਦੇਣ ਦੀ ਲਗਾਈ ਗੁਹਾਰ। ਨਹੀਂ ਘਟ ਰਿਹਾ ਕੋਰੋਨਾ ਦਾ ਕਹਿਰ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 16,000 ਨਵੇਂ ਮਾਮਲੇ ਆਏ ਸਾਹਮਣੇ, 465 ਲੋਕਾਂ ਦੀ ਮੌਤ। ਅਤੇ ਯੂਨੀਸੈਫ ਦੀ ਏਸ਼ੀਆਈ ਦੇਸ਼ਾਂ ਨੂੰ ਸਾਵਧਾਨ ਕਰਨ ਵਾਲੀ ਰਿਪੋਰਟ। ਯੂਨੀਸੈਫ ਮੁਤਾਬਕ ਕੋਰੋਨਾ ਵਾਇਰਸ ਕਾਰਨ 6 ਮਹੀਨਿਆਂ 'ਚ 12 ਕਰੋੜ ਬੱਚੇ ਆ ਸਕਦੇ ਗਰੀਬੀ ਦੀ ਲਪੇਟ 'ਚ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।